ਕੀ ਤੁਸੀਂ ਕਦੇ ਸੋਚਿਆ ਹੈ ਕਿ ਘਰ ਦੀ ਪਹਿਲੀ ਰੋਟੀ ਕਿਸੇ ਦੀ ਕਿਸਮਤ ਵੀ ਬਦਲ ਸਕਦੀ ਹੈ? ਇੱਕ ਛੋਟੀ ਜਿਹੀ ਸੇਵਾ ਕਿਵੇਂ ਦੁੱਖਾਂ ਨੂੰ ਸੁੱਖਾਂ ਵਿੱਚ ਬਦਲ ਦਿੰਦੀ ਹੈ। ਅੱਜ ਦੀ ਇਹ ਕਹਾਣੀ ਸੁਣ ਕੇ ਸ਼ਾਇਦ ਤੁਸੀਂ ਵੀ ਕੱਲ ਤੋਂ ਆਪਣੀ ਪਹਿਲੀ ਰੋਟੀ ਕਿਸੇ ਨਾਲ ਵੰਡਣ ਲੱਗ ਪਵੋਗੇ। ਪਿੰਡ ਦੇ ਕਿਨਾਰੇ ਇੱਕ ਪੁਰਾਣਾ ਕੱਚਾ ਘਰ ਸੀ, ਜਿਸ ਦੇ ਆਂਗਣ ਵਿੱਚ ਹਰ ਸਵੇਰ ਧੂਏ ਦੀ ਹਲਕੀ ਲਕੀਰ ਉੱਠਦੀ ਸੀ ਤੇ ਉਸ ਧੂਏ ਨਾਲ ਮਿਲ ਕੇ ਇੱਕ ਅਜੀਬ ਜਿਹੀ ਸ਼ਾਂਤੀ ਵੀ ਹਵਾ ਵਿੱਚ ਫੈਲ ਜਾਂਦੀ ਸੀ। ਉਸ ਘਰ ਵਿੱਚ ਰਹਿੰਦੀ ਸੀ ਬੀਬੀ ਹਰਜੋਤ ਕੌਰ, ਜਿਸ ਨੂੰ ਸਾਰਾ ਪਿੰਡ ਮਾਂ ਜੀ ਕਹਿ ਕੇ ਬੁਲਾਉਂਦਾ ਸੀ, ਕਿਉਂਕਿ ਉਸ ਦੇ ਚਿਹਰੇ ਉੱਤੇ ਇੰਨੀ ਮਮਤਾ ਸੀ ਕਿ ਜਿਵੇਂ ਕਿਸੇ ਨੇ ਦੁੱਖਾਂ ਦੀ ਧੁੱਪ ਵਿੱਚ ਵੀ ਚਾਨਣ ਬਚਾ ਕੇ ਰੱਖ ਲਿਆ ਹੋਵੇ। ਹਰ ਸਵੇਰ ਉਹ ਸਭ ਤੋਂ ਪਹਿਲਾਂ ਚੁੱਲ੍ਹਾ ਸੜਾਉਂਦੀ, ਆਟਾ ਗੁੰਨਦੀ ਅਤੇ ਜਦੋਂ ਪਹਿਲੀ ਰੋਟੀ ਤਵੇ ਤੇ ਪੈਂਦੀ ਤਾਂ ਉਹ ਉਸ ਨੂੰ ਵੱਡੀ ਸਾਂਭ ਨਾਲ ਘਿਓ ਲਾ ਕੇ ਇੱਕ ਥਾਲੀ ਵਿੱਚ ਰੱਖਦੀ ਅਤੇ ਕਹਿੰਦੀ, ਇਹ ਪਹਿਲੀ ਰੋਟੀ ਮਾਂ ਲਈ ਹੈ। ਪਿੰਡ ਦੇ ਬੱਚੇ ਸੋਚਦੇ ਕਿ ਉਹ ਆਪਣੀ ਮਾਂ ਦੀ ਗੱਲ ਕਰਦੀ ਹੈ, ਪਰ ਅਸਲ ਵਿੱਚ ਉਹ ਗਾਂ ਲਈ ਹੁੰਦੀ ਸੀ, ਕਿਉਂਕਿ ਉਸ ਦਾ ਵਿਸ਼ਵਾਸ ਸੀ ਕਿ ਗਾਂ ਨੂੰ ਪਹਿਲੀ ਰੋਟੀ ਖਵਾਉਣਾ ਘਰ ਵਿੱਚ ਬਰਕਤਾਂ ਨੂੰ ਸੱਦਾ ਦੇਣਾ ਹੁੰਦਾ ਹੈ। ਉਸ ਦਾ ਇਹ ਵਿਸ਼ਵਾਸ ਉਸਨੇ ਆਪਣੇ ਦਾਦੇ ਤੋਂ ਸੁਣੀਆਂ ਕਥਾਵਾਂ ਤੋਂ ਸਿੱਖਿਆ ਸੀ, ਜੋ ਅਕਸਰ ਗੁਰੂ ਨਾਨਕ ਦੇਵ ਜੀ ਦੀਆਂ ਸਾਖੀਆਂ ਸੁਣਾਇਆ ਕਰਦੇ ਸਨ ਕਿ ਕਿਵੇਂ ਦਇਆ, ਸੇਵਾ ਅਤੇ ਵੰਡ ਛਕਣਾ ਮਨੁੱਖ ਦੀ ਕਿਸਮਤ ਬਦਲ ਸਕਦੇ ਹਨ। ਇੱਕ ਦਿਨ ਪਿੰਡ ਵਿੱਚ ਨਵਾਂ ਆਇਆ ਨੌਜਵਾਨ ਰਣਦੀਪ ਉਸ ਦੇ ਘਰ ਕੋਲੋਂ ਲੰਘ ਰਿਹਾ ਸੀ। ਉਹ ਸ਼ਹਿਰ ਵਿੱਚ ਨੌਕਰੀ ਗੁਆ ਕੇ ਵਾਪਸ ਆਇਆ ਸੀ। ਕਰਜ਼ੇ ਦਾ ਬੋਝ, ਘਰ ਵਾਲਿਆਂ ਦੀਆਂ ਉਮੀਦਾਂ ਅਤੇ ਅੰਦਰੋਂ ਟੁੱਟਿਆ ਮਨ, ਸਭ ਕੁਝ ਉਸ ਦੀਆਂ ਅੱਖਾਂ ਵਿੱਚ ਸਾਫ਼ ਦਿਖਦਾ ਸੀ। ਉਸਨੇ ਵੇਖਿਆ ਕਿ ਮਾਂ ਜੀ ਠੰਡੀ ਸਵੇਰ ਵਿੱਚ ਨੰਗੇ ਪੈਰ ਗਾਂ ਕੋਲ ਖੜੀ ਰੋਟੀ ਖਵਾ ਰਹੀ ਸੀ ਅਤੇ ਹੌਲੀ-ਹੌਲੀ ਕੁਝ ਬੋਲ ਰਹੀ ਸੀ। ਉਹ ਹੱਸ ਪਿਆ ਤੇ ਕਿਹਾ, ਮਾਂ ਜੀ, ਇਹਨਾਂ ਗੱਲਾਂ ਨਾਲ ਕੀ ਹੁੰਦਾ ਹੈ? ਅੱਜ ਕੱਲ੍ਹ ਪੈਸਾ ਹੀ ਚਮਤਕਾਰ ਕਰਦਾ ਹੈ। ਮਾਂ ਜੀ ਨੇ ਮੁੜ ਕੇ ਵੇਖਿਆ ਤੇ ਹੱਸ ਕੇ ਕਿਹਾ, ਪੁੱਤਰ, ਚਮਤਕਾਰ ਕਦੇ ਰੋਟੀ ਵਿੱਚ ਨਹੀਂ ਹੁੰਦਾ, ਚਮਤਕਾਰ ਦਿਲ ਵਿੱਚ ਹੁੰਦਾ ਹੈ। ਪਰ ਰਣਦੀਪ ਨੂੰ ਇਹ ਗੱਲ ਸਮਝ ਨਾ ਆਈ। ਉਸਨੇ ਸੋਚਿਆ, ਇਹ ਸਿਰਫ ਪੁਰਾਣੀਆਂ ਔਰਤਾਂ ਦੀਆਂ ਗੱਲਾਂ ਹਨ। ਦਿਨ ਲੰਘਦੇ ਗਏ ਤੇ ਰਣਦੀਪ ਦੀ ਹਾਲਤ ਹੋਰ ਮਾੜੀ ਹੁੰਦੀ ਗਈ। ਨੌਕਰੀ ਨਹੀਂ ਮਿਲੀ, ਘਰ ਵਿੱਚ ਝਗੜੇ ਵੱਧ ਗਏ। ਇੱਕ ਰਾਤ ਉਹ ਬਹੁਤ ਨਿਰਾਸ਼ ਹੋ ਕੇ ਘਰ ਤੋਂ ਬਾਹਰ ਨਿਕਲਿਆ ਤਾਂ ਉਸਨੇ ਮਾਂ ਜੀ ਦੇ ਘਰੋਂ ਆ ਰਹੀ ਅਰਦਾਸ ਦੀ ਆਵਾਜ਼ ਸੁਣੀ। ਉਹ ਦਰਵਾਜ਼ੇ ਤੇ ਖੜਾ ਹੋ ਗਿਆ। ਮਾਂ ਜੀ ਕਹਿ ਰਹੀ ਸੀ, ਹੇ ਵਾਹਿਗੁਰੂ, ਜਿਸ ਦੇ ਘਰ ਰੋਟੀ ਘੱਟ ਹੈ ਉਸ ਨੂੰ ਹਿੰਮਤ ਦੇ, ਜਿਸ ਦਾ ਮਨ ਟੁੱਟ ਗਿਆ ਉਸ ਨੂੰ ਆਸ ਦੇ। ਉਸ ਨੂੰ ਲੱਗਿਆ ਜਿਵੇਂ ਇਹ ਬੋਲ ਉਸ ਲਈ ਹਨ। ਅਗਲੇ ਦਿਨ ਸਵੇਰੇ ਉਹ ਫਿਰ ਉੱਥੇ ਗਿਆ ਤੇ ਪੁੱਛਿਆ, ਜੇ ਮੈਂ ਵੀ ਗਾਂ ਨੂੰ ਪਹਿਲੀ ਰੋਟੀ ਖਵਾਵਾਂ ਤਾਂ ਕਿ ਮੇਰੀ ਕਿਸਮਤ ਬਦਲ ਜਾਏਗੀ? ਮਾਂ ਜੀ ਨੇ ਕਿਹਾ, ਕਿਸਮਤ ਰੋਟੀ ਨਾਲ ਨਹੀਂ ਬਦਲਦੀ, ਪਰ ਰੋਟੀ ਦੇਣ ਨਾਲ ਮਨ ਬਦਲਦਾ ਹੈ ਅਤੇ ਮਨ ਬਦਲੇ ਤਾਂ ਰਾਹ ਆਪਣੇ ਆਪ ਬਣ ਜਾਂਦੇ ਹਨ। ਉਸਨੇ ਹੱਸਦੇ ਹੋਏ ਕਿਹਾ, ਠੀਕ ਹੈ, ਮੈਂ ਕੋਸ਼ਿਸ਼ ਕਰਾਂਗਾ। ਉਸ ਦਿਨ ਤੋਂ ਉਹ ਹਰ ਸਵੇਰ ਇੱਕ ਰੋਟੀ ਬਣਾਉਂਦਾ ਤੇ ਪਿੰਡ ਦੀ ਇੱਕ ਦੁਬਲੀ ਗਾਂ ਨੂੰ ਖਵਾਉਂਦਾ। ਸ਼ੁਰੂ ਵਿੱਚ ਉਸ ਨੂੰ ਕੁਝ ਮਹਿਸੂਸ ਨਾ ਹੋਇਆ, ਪਰ ਹੌਲੀ-ਹੌਲੀ ਉਹ ਆਪਣੇ ਅੰਦਰ ਸ਼ਾਂਤੀ ਮਹਿਸੂਸ ਕਰਨ ਲੱਗਾ। ਉਹ ਗਾਂ ਉਸ ਨੂੰ ਵੇਖ ਕੇ ਦੌੜ ਕੇ ਆਉਂਦੀ। ਉਸ ਦੀਆਂ ਅੱਖਾਂ ਵਿੱਚ ਅਜਿਹਾ ਭਰੋਸਾ ਸੀ ਜੋ ਮਨੁੱਖਾਂ ਵਿੱਚ ਵੀ ਕਦੇ-ਕਦੇ ਨਹੀਂ ਮਿਲਦਾ। ਇੱਕ ਦਿਨ ਜਦੋਂ ਉਹ ਰੋਟੀ ਖਵਾ ਰਿਹਾ ਸੀ ਤਾਂ ਇੱਕ ਬਜ਼ੁਰਗ ਕਿਸਾਨ ਨੇ ਉਸ ਨੂੰ ਵੇਖਿਆ ਤੇ ਕਿਹਾ, ਪੁੱਤਰ, ਜੇ ਕੰਮ ਲੱਭਣਾ ਹੋਵੇ ਤਾਂ ਮੇਰੇ ਖੇਤ ਤੇ ਆ ਜਾ। ਇਹ ਉਸ ਦੀ ਨਵੀਂ ਸ਼ੁਰੂਆਤ ਸੀ। ਉਸਨੇ ਸੋਚਿਆ, ਇਹ ਸਿਰਫ ਸੰਯੋਗ ਹੈ, ਪਰ ਕੰਮ ਕਰਦੇ-ਕਰਦੇ ਉਸ ਦੀ ਇਮਾਨਦਾਰੀ ਦੇ ਚਰਚੇ ਹੋਣ ਲੱਗੇ। ਕੁਝ ਮਹੀਨਿਆਂ ਵਿੱਚ ਹੀ ਉਸ ਨੂੰ ਪੱਕੀ ਨੌਕਰੀ ਮਿਲ ਗਈ। ਘਰ ਵਿੱਚ ਸੁੱਖ ਆਉਣ ਲੱਗਾ। ਇੱਕ ਸ਼ਾਮ ਉਹ ਮਾਂ ਜੀ ਕੋਲ ਗਿਆ ਤੇ ਕਿਹਾ, ਚਮਤਕਾਰ ਹੋ ਗਿਆ। ਮਾਂ ਜੀ ਹੱਸ ਪਈ ਤੇ ਕਹਿੰਦੀ, ਚਮਤਕਾਰ ਗਾਨੇ ਨਹੀਂ ਕੀਤਾ, ਤੂੰ ਆਪਣੇ ਅੰਦਰ ਦੀ ਕਰਕਸ਼ਤਾ ਛੱਡੀ ਹੈ। ਉਸਨੇ ਪਹਿਲੀ ਵਾਰ ਸਮਝਿਆ ਕਿ ਸੇਵਾ ਮਨੁੱਖ ਨੂੰ ਅੰਦਰੋਂ ਧਨਵਾਨ ਬਣਾਉਂਦੀ ਹੈ। ਮਾਂ ਜੀ ਨੇ ਉਸ ਨੂੰ ਇੱਕ ਕਥਾ ਸੁਣਾਈ ਕਿ ਪੁਰਾਣੇ ਸਮੇਂ ਇੱਕ ਵਪਾਰੀ ਹਰ ਰੋਜ਼ ਧਨ ਇਕੱਠਾ ਕਰਦਾ ਸੀ, ਪਰ ਘਰ ਵਿੱਚ ਕਲੇਸ਼ ਸੀ। ਇੱਕ ਸੰਤ ਨੇ ਕਿਹਾ, ਪਹਿਲੀ ਰੋਟੀ ਗਾਂ ਨੂੰ ਦੇ। ਉਸਨੇ ਮਜ਼ਾਕ ਸਮਝਿਆ, ਪਰ ਜਦੋਂ ਉਸਨੇ ਕਰਨਾ ਸ਼ੁਰੂ ਕੀਤਾ ਤਾਂ ਉਸਦਾ ਮਨ ਦਾਨ ਵੱਲ ਮੁੜ ਗਿਆ ਅਤੇ ਉਸਨੇ ਗਰੀਬਾਂ ਨੂੰ ਵੀ ਖਾਣਾ ਦੇਣਾ ਸ਼ੁਰੂ ਕਰ ਦਿੱਤਾ। ਉਸਦਾ ਘਰ ਸ਼ਾਂਤ ਹੋ ਗਿਆ। ਮਾਂ ਜੀ ਨੇ ਕਿਹਾ, ਰੋਟੀ ਸਿਰਫ ਆਟੇ ਦੀ ਨਹੀਂ ਹੁੰਦੀ, ਇਹ ਅਹੰਕਾਰ ਤੋੜਨ ਦੀ ਰੀਤ ਹੈ। ਰਣਦੀਪ ਹੁਣ ਹਰ ਰੋਜ਼ ਰੋਟੀ ਦੇ ਨਾਲ ਪਾਣੀ ਵੀ ਰੱਖਦਾ, ਕਦੇ-ਕਦੇ ਗਰੀਬ ਬੱਚਿਆਂ ਨੂੰ ਵੀ ਖਵਾਉਂਦਾ। ਉਸ ਨੂੰ ਮਹਿਸੂਸ ਹੋਇਆ ਕਿ ਜਿੰਨਾ ਉਹ ਵੰਡਦਾ ਹੈ ਉਨਾ ਹੀ ਜੀਵਨ ਵਾਪਸ ਦਿੰਦਾ ਹੈ। ਇੱਕ ਦਿਨ ਪਿੰਡ ਵਿੱਚ ਸੁੱਕਾ ਪੈ ਗਿਆ, ਪਾਣੀ ਘੱਟ ਹੋ ਗਿਆ ਅਤੇ ਲੋਕ ਆਪਣੇ ਪਸ਼ੂ ਵੇਚਣ ਲੱਗੇ, ਪਰ ਰਣਦੀਪ ਨੇ ਉਸ ਗਾਂ ਨੂੰ ਨਹੀਂ ਛੱਡਿਆ। ਉਹ ਕਹਿੰਦਾ, ਇਸਨੇ ਮੈਨੂੰ ਹੌਸਲਾ ਦਿੱਤਾ ਹੈ। ਉਹ ਆਪਣੇ ਹਿੱਸੇ ਦਾ ਪਾਣੀ ਵੀ ਉਸ ਨਾਲ ਵੰਡਦਾ। ਕੁਝ ਹਫ਼ਤਿਆਂ ਬਾਅਦ ਮੀਂਹ ਪੈ ਗਿਆ ਅਤੇ ਉਸਦੇ ਖੇਤ ਸਭ ਤੋਂ ਵਧੀਆ ਹੋਏ। ਲੋਕ ਕਹਿਣ ਲੱਗੇ, ਇਹ ਗਾਂ ਦਾ ਚਮਤਕਾਰ ਹੈ, ਪਰ ਉਹ ਅੰਦਰੋਂ ਜਾਣਦਾ ਸੀ ਕਿ ਇਹ ਉਸਦੇ ਬਦਲੇ ਮਨ ਦਾ ਫਲ ਹੈ। ਇੱਕ ਰਾਤ ਉਸਨੇ ਸੁਪਨਾ ਵੇਖਿਆ ਕਿ ਇੱਕ ਰੋਸ਼ਨੀ ਵਾਲਾ ਬਜ਼ੁਰਗ ਉਸ ਨੂੰ ਕਹਿ ਰਿਹਾ ਹੈ, ਜਿਸਨੇ ਭੁੱਖੇ ਨੂੰ ਖਵਾਇਆ ਉਹ ਕਦੇ ਖਾਲੀ ਨਹੀਂ ਰਹਿੰਦਾ। ਉਹ ਡਰ ਕੇ ਉੱਠਿਆ ਅਤੇ ਸਵੇਰੇ ਮਾਂ ਜੀ ਨੂੰ ਦੱਸਿਆ ਤਾਂ ਉਹ ਕਹਿੰਦੀ, ਇਹ ਤੇਰੀ ਅੰਤਰਾਤਮਾ ਦੀ ਆਵਾਜ਼ ਹੈ। ਸਮਾਂ ਲੰਘਦਾ ਗਿਆ।
उसने पिंड विच लंगर जिहा प्रबंध शुरू कर दिता। लोग दूर दूरों आउण लगे। एक दिन एक अमीर आदमी उस कोल आया ते पुछया, तू किहड़ा टोटका कीता? रणदीप हस्या ते कहा, पहली रोटी नाल मैं अपना लालच साड़ दिता। ओ आदमी भी प्रभावित होया। हौली हौली पिंड विच कोई भुखा नहीं रहिंदा सी। मां जी बुढ़ी हो गई सी पर हर सवेर गांदे सिर ते हथ फेरदी। एक दिन उसने रणदीप नूं बुलाया ते कहा, याद रखी, चमत्कार उस वेले हुंदा है जदों मनुख किसी जीव नूं अपने तो वखरा ना समझे। कुछ समय बाद मां जी इस दुनिया तो चली गई। पिंड रोपिया पर उसकी रीत जिउंदी रही। रणदीप ने उसके घर नूं सेवा दा स्थान बना दिता। हुण हर सवेर कई लोग पहली रोटी लैके आउंदे। उन्हां विच एक छोटी कुड़ी सी जो कहंदी, मेरे पापा बीमार हन। रणदीप ने उसनूं हौसला दिता ते कहा, रोटी नाल दुआ वी दे। कुछ दिनों बाद उसके पिता ठीक हो गए तां लोग इसनूं भी चमत्कार कहन लगे, पर रणदीप कहंदा चमत्कार विश्वास है। पर एक दिन अचानक पिंड विच एक अजिहा वाकया होया जिसने सब कुछ बदल दिता। गां जो सालां तो उसदे नाल सी अचानक बीमार पै गई। डॉक्टर ने कहा हुण उम्मीद घट है। रणदीप दियां अखां पर आईयां। वो उसदे कोल बैठ के कहंदा, तू मैनू जीना सिखाया है। पिंड दे लोग इकट्ठे हो गए। उस रात उसने पहली बार महसूस किया कि देना भी कदे कदे इम्तिहान बन जाता है। उसने अरदास की पर सवेर होने तक गां हिली भी नहीं। अचानक दरवाजे ते एक अजनबी संत आया जिसने कहा, रोटी लिया। रणदीप हैरान रह गया क्योंकि उस दिन उसने रोटी नहीं बनाई सी। उसने जल्दी नाल चुल्हा सड़ाया, कंबदे हत्थां नाल रोटी बनाई ते संत नूं दित्ती। संत ने रोटी दा टुकड़ा गां दे मूंह कोल रखिया अते हौली आवाज विच कुछ बोलिया अते उदों ही गां दी अख हिल्ली। लोग हैरान रह गए। रणदीप दा दिल जोर नाल धड़कण लगा। संत ने उस वल वेख के कहा, हुण तू समझिया पहली रोटी दा असल भेद। पर उसदे कुछ कहण तो पहला ही संत मुड़िया अते दरवाजे तो बाहर चलिया गया। रणदीप उसदे पिछे दौड़िया पर बाहर कोई नहीं सी। सिर्फ सवेर दी रोशनी अते हवा विच घिओ दी सुगंध रह गई सी। अते उस समय उसनूं याद आया कि मां जी कहंदी सी कई बार महान रूहां मनुख दा रूप धार के आउंदियां हन। उसदे मन विच सवालां दा समुंदर उठ रिहा सी कि उस संत कौन सी, कि इह सचमुच किसी वड्डी किरपा दा संकेत सी जां उसदी परख दी शुरुआत। क्योंकि उससे शाम पिंड विच एक खबर आई जिसने उसदी सारी शांति हिला दित्ती अते जिस नाल उसदी सेवा, उसदा विश्वास अते पहली रोटी दा असल चमत्कार एक नवे मोड़ ते पहुंचण वाला सी। कि उस शाम जदों पिंड दे चौंक विच डंगरां वाला मुंडा दौड़दा होया आया ते हाफदा कहण लगा कि नाल वाले पिंड दी नदी अचानक चढ़ गई है ते पानी खेतां वल वग रिहा है। तां सारे लोकां दे चेहरिਆਂ दा रंग उड़ गया क्योंकि वो नदी सालां तो शांत रहिंदी सी पर जदों भी उफान विच आउंदी सी तां किसे दा घर नहीं छड्डदी सी। रणदीप नूं अचानक वो अजनबी संत दियां अखां याद आईयां जो सवेरे आया सी। उसदे अंदर एक अजीब बेचैनी जागी जिवें किसी ने पहला ही चेतावनी दे दित्ती होवे। वो तुरंत घर वल भज्जिया जिथेगा हाले भी कमजोर पई सी पर उसदी साह हुण हौली हौली सदर रही सी। उसने उसदे सिर ते हथ रखिया ते कहा, मैं आवांगा वापस। फिर वो पिंड वालियां नाल मिल के नदी वल निकल गया। रात दे हनेरे विच मशालां जल रहियां सन। पानी दियां आवाज़ां डर पैदा कर रहियां सन। किसी दा खेत डुब रिहा सी, किसी दियां पैंसां खुल गईयां सन। उस वेले रणदीप नूं मां जी दी गल याद आई। जदों दूजियां दा दुख अपना लगण लग पए तां समझी सेवा शुरू हो गई। उस सब तो अगे होके मिट्टी दे बोरे चुकण लगा। कई घंटियां दी मेहनत तो बाद पानी दा रुख मोड़िया गया पर थकावट नाल लोग थल्ले बैठ गए। एक बुजुर्ग ने कहा, पुत्र जे तू ना हुंदा तां अज पिंड डुब जाना सी। पर रणदीप दे मन विच शांति नहीं सी। उसनूं लग रिहा सी ये सिर्फ शुरुआत है। अगले दिन सवेरे जदों वो घर आया तां हैरान रह गया क्योंकि गां खड़ी सी अते हौली हौली चारा खा रही सी। उस दियां अखां विच ओही प्यार सी जो पहले दिन सी। रणदीप दियां अखां पर आईयां। उसने सोचिया ये सचमुच किरपा है जां सिर्फ संयोग। वो रोटी बनाउण लगा पर अज उसदे हथ कंब रहे सन जिवें हर कण विच कोई राज लुकिया होवे। जदों उसने पहली रोटी गां अगे रखी तां उसनूं लग्या जिवें अंदरों आवाज आ रही होवे, वंड छकना ही असल धन है। ये बोल उसनूं उस महान सिੱਖਿਆ दी याद दिवा गए जो गुरु नानक देव जी ने लोकां नूं दित्ती सी कि रब नूं लभना है तां पहला भुखे दी भुख समझो। उस दिन तो रणदीप ने एक नवा फैसला किया कि सिर्फ गां नहीं सगों हर जीव लई घर दा दरवाजा खुला रहेगा। हौली हौली उसका आंगण लंगर वर्गा बन गया। कोई मजदूर आउंदा तां उसनूं रोटी मिलदी, कोई यात्री आउंदा तां पानी मिलदा।
ਲੋਕ ਕਹਿਣ ਲੱਗੇ ਇਹ ਘਰ ਨਹੀਂ ਦਰਬਾਰ ਬਣ ਗਿਆ ਹੈ, ਪਰ ਜਿੱਥੇ ਰੋਸ਼ਨੀ ਹੁੰਦੀ ਹੈ ਉੱਥੇ ਪਰਛਾਵੇਂ ਵੀ ਪੈਦਾ ਹੁੰਦੇ ਹਨ। ਪਿੰਡ ਦੇ ਕੁਝ ਲੋਕਾਂ ਨੂੰ ਇਹ ਸਭ ਚੰਗਾ ਨਹੀਂ ਲੱਗ ਰਿਹਾ ਸੀ, ਖਾਸ ਕਰਕੇ ਇੱਕ ਸਾਹੂਕਾਰ ਜੋ ਸਾਲਾਂ ਤੋਂ ਲੋਕਾਂ ਨੂੰ ਕਰਜ਼ੇ ਵਿੱਚ ਫਸਾ ਕੇ ਰੱਖਦਾ ਸੀ। ਉਸ ਨੂੰ ਡਰ ਸੀ ਕਿ ਜੇ ਲੋਕ ਇੱਕ ਦੂਜੇ ਦੀ ਮਦਦ ਕਰਨ ਲੱਗ ਪਏ ਤਾਂ ਉਸ ਦਾ ਦਬਦਬਾ ਖਤਮ ਹੋ ਜਾਵੇਗਾ। ਉਸਨੇ ਚੁੱਪਚਾਪ ਅਫਵਾਹ ਫੈਲਾਉਣੀ ਸ਼ੁਰੂ ਕਰ ਦਿੱਤੀ ਕਿ ਰਣਦੀਪ ਟੋਟਕੇ ਕਰਦਾ ਹੈ ਅਤੇ ਗਾਂ ਦੇ ਨਾਮ ਤੇ ਲੋਕਾਂ ਨੂੰ ਆਪਣੇ ਵਸ ਵਿੱਚ ਕਰ ਰਿਹਾ ਹੈ। ਕੁਝ ਲੋਕਾਂ ਦੇ ਮਨ ਡੋਲਣ ਲੱਗੇ। ਇੱਕ ਦਿਨ ਪੰਚਾਇਤ ਵਿੱਚ ਗੱਲ ਚੱਲ ਪਈ। ਰਣਦੀਪ ਨੂੰ ਬੁਲਾਇਆ ਗਿਆ। ਉਸ ਨੂੰ ਪੁੱਛਿਆ ਗਿਆ, ਤੂੰ ਕਿਹੜਾ ਚਮਤਕਾਰ ਕਰਦਾ ਹੈ? ਉਹ ਹੱਸਿਆ ਤੇ ਕਿਹਾ, ਜੇ ਭੁੱਖੇ ਨੂੰ ਰੋਟੀ ਦੇਣਾ ਚਮਤਕਾਰ ਹੈ ਤਾਂ ਹਾਂ ਮੈਂ ਕਰਦਾ ਹਾਂ। ਕੁਝ ਲੋਕ ਸ਼ਰਮਿੰਦੇ ਹੋ ਗਏ, ਪਰ ਸਾਹੂਕਾਰ ਨੇ ਕਿਹਾ, ਫਿਰ ਸਾਬਤ ਕਰਕੇ ਤੇਰੀ ਰੋਟੀ ਨਾਲ ਬਰਕਤ ਆਉਂਦੀ ਹੈ। ਇਸ ਸੁਣ ਕੇ ਪਿੰਡ ਵਿੱਚ ਸਨਾਟਾ ਛਾ ਗਿਆ। ਰਣਦੀਪ ਨੇ ਸ਼ਾਂਤ ਆਵਾਜ਼ ਵਿੱਚ ਕਿਹਾ, ਬਰਕਤ ਮੈਂ ਨਹੀਂ ਦਿੰਦਾ, ਨੀਅਤ ਦਿੰਦੀ ਹੈ। ਪਰ ਗੱਲ ਇੱਥੇ ਖਤਮ ਨਹੀਂ ਹੋਈ। ਉਸੇ ਰਾਤ ਕਿਸੇ ਨੇ ਉਸ ਦੇ ਆਂਗਣ ਦਾ ਅਨਾਜ ਚੋਰੀ ਕਰ ਲਿਆ। ਸਵੇਰੇ ਜਦੋਂ ਲੋਕ ਇਕੱਠੇ ਹੋਏ ਤਾਂ ਕਈਆਂ ਨੇ ਕਿਹਾ, ਹੁਣ ਦੇਖੀਏ ਤੇਰੀ ਸੇਵਾ ਕਿਵੇਂ ਚੱਲਦੀ ਹੈ। ਇੱਕ ਪਲ ਲਈ ਉਸ ਦਾ ਦਿਲ ਟੁੱਟ ਗਿਆ, ਕਿਉਂਕਿ ਉਹ ਅਨਾਜ ਲੰਗਰ ਲਈ ਸੀ। ਪਰ ਉਸਨੇ ਗਾਂ ਵੱਲ ਵੇਖਿਆ ਜੋ ਸ਼ਾਂਤ ਖੜੀ ਸੀ। ਉਸਨੇ ਆਪਣੇ ਆਪ ਨਾਲ ਕਿਹਾ, ਜੇ ਮੈਂ ਦੇਣਾ ਛੱਡ ਦਿੱਤਾ ਤਾਂ ਮੈਂ ਵੀ ਉਹੀ ਬਣ ਜਾਵਾਂਗਾ ਜਿਸ ਤੋਂ ਭੱਜਦਾ ਸੀ। ਉਸਨੇ ਘਰ ਦੀਆਂ ਆਖਰੀਆਂ ਮੁੱਠੀਆਂ ਆਟੇ ਦੀਆਂ ਕੱਢੀਆਂ ਅਤੇ ਰੋਟੀਆਂ ਬਣਾਈਆਂ। ਉਸ ਦਿਨ ਸਿਰਫ 5 ਲੋਕਾਂ ਨੂੰ ਹੀ ਖਾਣਾ ਮਿਲਿਆ, ਪਰ ਉਹ ਮੁਸਕਰਾ ਰਹੇ ਸਨ। ਅਗਲੇ ਦਿਨ ਅਚਾਨਕ ਇੱਕ ਟਰੈਕਟਰ ਉਸਦੇ ਦਰਵਾਜ਼ੇ ਤੇ ਰੁਕਿਆ। ਸ਼ਹਿਰ ਤੋਂ ਆਇਆ ਇੱਕ ਵਪਾਰੀ ਉਤਰਿਆ ਤੇ ਕਿਹਾ, ਕੁਝ ਮਹੀਨੇ ਪਹਿਲਾਂ ਤੂੰ ਮੇਰੇ ਮਜ਼ਦੂਰਾਂ ਨੂੰ ਖਾਣਾ ਖਵਾਇਆ ਸੀ। ਅੱਜ ਮੈਂ ਸੁਣਿਆ ਤੇਰੇ ਕੋਲ ਅਨਾਜ ਨਹੀਂ। ਉਸਨੇ ਪੂਰਾ ਟਰਾਲਾ ਗਹਿੂੰ ਦਾ ਉਤਾਰ ਦਿੱਤਾ। ਪਿੰਡ ਵਾਲੇ ਹੈਰਾਨ ਰਹਿ ਗਏ। ਸਾਹੂਕਾਰ ਦਾ ਚਿਹਰਾ ਫਿੱਕਾ ਪੈ ਗਿਆ। ਲੋਕ ਕਹਿਣ ਲੱਗੇ, ਇਹ ਸੱਚਮੁੱਚ ਪਹਿਲੀ ਰੋਟੀ ਦੀ ਕਿਰਪਾ ਹੈ। ਪਰ ਰਣਦੀਪ ਜਾਣਦਾ ਸੀ ਕਿ ਇਹ ਕਿਰਪਾ ਨਹੀਂ, ਸਗੋਂ ਕਰਮਾਂ ਦੀ ਵਾਪਸੀ ਹੈ। ਸਮਾਂ ਬੀਤਦਾ ਗਿਆ ਅਤੇ ਉਸ ਦੀ ਸੇਵਾ ਦੂਰ ਦੂਰ ਤੱਕ ਮਸ਼ਹੂਰ ਹੋ ਗਈ। ਇੱਕ ਦਿਨ ਸ਼ਹਿਰ ਦੇ ਕੁਝ ਨੌਜਵਾਨ ਆਏ ਜੋ ਵੀਡੀਓ ਬਣਾਉਂਦੇ ਸਨ। ਉਹ ਕਹਿਣ ਲੱਗੇ, ਅਸੀਂ ਤੇਰੀ ਕਹਾਣੀ ਦੁਨੀਆ ਨੂੰ ਦਿਖਾਵਾਂਗੇ। ਰਣਦੀਪ ਨੇ ਮਨਾ ਕੀਤਾ, ਪਰ ਉਹ ਕਹਿੰਦੇ, ਲੋਕਾਂ ਨੂੰ ਉਮੀਦ ਦੀ ਲੋੜ ਹੈ। ਜਦੋਂ ਉਹਨਾਂ ਨੇ ਵੀਡੀਓ ਬਣਾਈ ਤਾਂ ਹਜ਼ਾਰਾਂ ਲੋਕ ਆਉਣ ਲੱਗੇ। ਕੋਈ ਦੁੱਖ ਲੈ ਕੇ ਆਉਂਦਾ, ਕੋਈ ਸਵਾਲ ਲੈ ਕੇ। ਇੱਕ ਔਰਤ ਆਈ ਜਿਸ ਦਾ ਪੁੱਤਰ ਨਸ਼ਿਆਂ ਵਿੱਚ ਫਸ ਗਿਆ ਸੀ। ਉਸਨੇ ਰੋ ਕੇ ਕਿਹਾ, ਕੋਈ ਰਾਹ ਦੱਸੋ। ਰਣਦੀਪ ਨੇ ਉਸ ਨੂੰ ਕੋਈ ਮੰਤਰ ਨਹੀਂ ਦਿੱਤਾ, ਸਿਰਫ ਕਿਹਾ, ਹਰ ਸਵੇਰ ਇੱਕ ਰੋਟੀ ਕਿਸੇ ਜੀਵ ਨੂੰ ਦੇ ਅਤੇ ਪੁੱਤਰ ਲਈ ਦੁਆ ਕਰ। ਕੁਝ ਮਹੀਨੇ ਬਾਅਦ ਉਹ ਮੁੰਡਾ ਖੁਦ ਆ ਕੇ ਸੇਵਾ ਕਰਨ ਲੱਗ ਪਿਆ। ਲੋਕ ਇਸ ਨੂੰ ਵੀ ਚਮਤਕਾਰ ਕਹਿਣ ਲੱਗੇ, ਪਰ ਰਣਦੀਪ ਹਰ ਵਾਰ ਇੱਕੋ ਗੱਲ ਕਹਿੰਦਾ, ਚਮਤਕਾਰ ਉਹ ਵੇਲੇ ਹੁੰਦਾ ਹੈ ਜਦੋਂ ਮਨੁੱਖ ਆਪਣਾ ਸਵਾਰਥ ਛੱਡੇ। ਪਰ ਕਹਾਣੀ ਇੱਥੇ ਵੀ ਮੁੱਕਣ ਵਾਲੀ ਨਹੀਂ ਸੀ, ਕਿਉਂਕਿ ਜਿੰਨੀ ਉਸ ਦੀ ਸ਼ੋਹਰਤ ਵਧੀ ਉਨਾ ਹੀ ਉਸ ਦੀ ਪਰਖ ਵੀ ਵਧਣੀ ਸੀ। ਇੱਕ ਰਾਤ ਉਸ ਨੂੰ ਸੁਪਨਾ ਆਇਆ ਕਿ ਉਹੀ ਸੰਤ ਫਿਰ ਆਇਆ ਹੈ ਅਤੇ ਕਹਿ ਰਿਹਾ ਹੈ, ਹੁਣ ਤੂੰ ਦੇਣਾ ਸਿੱਖ ਗਿਆ ਹੈ, ਪਰ ਕੀ ਖੋਣਾ ਵੀ ਸਿੱਖਿਆ ਹੈ। ਉਹ ਡਰ ਕੇ ਉੱਠ ਬੈਠਿਆ। ਅਗਲੇ ਦਿਨ ਸ਼ਹਿਰ ਤੋਂ ਖਬਰ ਆਈ ਕਿ ਜਿਸ ਜ਼ਮੀਨ ਤੇ ਉਸ ਦਾ ਘਰ ਅਤੇ ਸੇਵਾ ਸਥਾਨ ਸੀ, ਉਹ ਸਰਕਾਰ ਸੜਕ ਬਣਾਉਣ ਲਈ ਲੈ ਸਕਦੀ ਹੈ। ਲੋਕ ਘਬਰਾਏ ਹੋਏ ਉਸ ਕੋਲ ਆਏ। ਕਿਸੇ ਨੇ ਕਿਹਾ ਅਦਾਲਤ ਜਾ, ਕਿਸੇ ਨੇ ਕਿਹਾ ਲੜਾਈ ਕਰ, ਪਰ ਰਣਦੀਪ ਚੁੱਪ ਰਿਹਾ। ਉਸਨੇ ਗਾਂ ਨੂੰ ਪਹਿਲੀ ਰੋਟੀ ਖਵਾਈ ਅਤੇ ਸੋਚਦਾ ਰਿਹਾ ਕਿ ਜੇ ਸਭ ਕੁਝ ਹੀ ਛਿਨ ਗਿਆ ਤਾਂ ਕੀ ਰਹੇਗਾ। ਉਸ ਦੀਆਂ ਅੱਖਾਂ ਵਿੱਚ ਅੰਸੂ ਆ ਗਏ, ਪਰ ਉਸ ਦੇ ਅੰਦਰੋਂ ਆਵਾਜ਼ ਆਈ, ਜੋ ਵੰਡਿਆ ਉਹੀ ਰਹਿੰਦਾ ਹੈ। ਅਤੇ ਉਸਨੇ ਫੈਸਲਾ ਕਰ ਲਿਆ ਕਿ ਜੇ ਲੋੜ ਪਈ ਤਾਂ ਉਹ ਆਪਣਾ ਘਰ ਵੀ ਦੇ ਦੇਵੇਗਾ, ਪਰ ਸੇਵਾ ਨਹੀਂ ਛੱਡੇਗਾ। ਪਰ ਉਸ ਨੂੰ ਨਹੀਂ ਪਤਾ ਸੀ ਕਿ ਇਸ ਫੈਸਲੇ ਨਾਲ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਰਾਜ ਖੁੱਲਣ ਵਾਲਾ ਹੈ, ਕਿਉਂਕਿ ਕੁਝ ਹੀ ਦਿਨਾਂ ਵਿੱਚ ਉਹ ਅਜਨਬੀ ਸੰਤ ਫਿਰ ਪਿੰਡ ਵਿੱਚ ਦੇਖਿਆ ਗਿਆ ਅਤੇ ਇਸ ਵਾਰ ਉਹ ਸਿੱਧਾ ਉਸ ਦੇ ਦਰਵਾਜ਼ੇ ਨਹੀਂ ਸਗੋਂ ਉਸ ਗਾਂ ਦੇ ਕੋਲ ਖੜਾ ਸੀ ਜਿਸ ਨੇ ਸਭ ਕੁਝ ਬਦਲਿਆ ਸੀ। ਅਤੇ ਜਦੋਂ ਰਣਦੀਪ ਉਸ ਦੇ ਕੋਲ ਪਹੁੰਚਿਆ ਤਾਂ ਸੰਤ ਨੇ ਮੁਸਕਰਾ ਕੇ ਕਿਹਾ, ਹੁਣ ਸਮਾਂ ਆ ਗਿਆ ਹੈ ਤੈਨੂੰ ਦੱਸਣ ਦਾ ਕਿ ਪਹਿਲੀ ਰੋਟੀ ਸਿਰਫ ਰਸਮ ਨਹੀਂ, ਇੱਕ ਵਚਨ ਹੈ। ਪਰ ਉਸ ਦੇ ਅਗਲੇ ਬੋਲ ਸੁਣਨ ਤੋਂ ਪਹਿਲਾਂ ਹੀ ਪਿੰਡ ਵਿੱਚ ਇੱਕ ਹੋਰ ਘਟਨਾ ਵਾਪਰੀ ਜਿਸ ਨੇ ਸਭ ਨੂੰ ਹਿਲਾ ਦਿੱਤਾ ਅਤੇ ਜਿਸ ਨਾਲ ਇਹ ਸਾਬਤ ਹੋਣ ਵਾਲਾ ਸੀ ਕਿ ਅਸਲ ਚਮਤਕਾਰ ਅਜੇ ਤੱਕ ਸ਼ੁਰੂ ਹੀ ਨਹੀਂ ਹੋਇਆ ਸੀ। ਕਿ ਪਿੰਡ ਵਿੱਚ ਅਚਾਨਕ ਮੱਚੀ ਉਸ ਹੜਕੰਪ ਵਾਲੀ ਖਬਰ ਇਹ ਸੀ ਕਿ ਸਰਕਾਰੀ ਅਧਿਕਾਰੀ ਅਗਲੇ ਹੀ ਦਿਨ ਮਾਪਤੋਲ ਕਰਨ ਆ ਰਹੇ ਹਨ ਅਤੇ ਜਿੱਥੇ ਰਣਦੀਪ ਦਾ ਸੇਵਾ ਵਾਲਾ ਆਂਗਣ ਸੀ ਉੱਥੋਂ ਨਵੀਂ ਸੜਕ ਲੰਘਣੀ ਸੀ। ਲੋਕ ਕਹਿਣ ਲੱਗੇ, ਹੁਣ ਸਭ ਕੁਝ ਮੁੱਕ ਗਿਆ। ਕੋਈ ਕਹਿੰਦਾ ਕਿਸਮਤ ਨਾਲ ਬਣਿਆ ਸੀ, ਹੁਣ ਕਿਸਮਤ ਨਾਲ ਹੀ ਟੁੱਟੇਗਾ। ਪਰ ਰਣਦੀਪ ਦੇ ਦਿਲ ਵਿੱਚ ਅਜੀਬ ਸ਼ਾਂਤੀ ਸੀ। ਉਹ ਸਵੇਰੇ ਉੱਠਿਆ, ਚੁੱਲ੍ਹਾ ਸੜਾਇਆ, ਆਟਾ ਗੁੰਦਿਆ ਅਤੇ ਪਹਿਲੀ ਰੋਟੀ ਬਣਾਈ। ਉਸਨੇ ਗਾਂ ਦੇ ਸਿਰ ਤੇ ਹੱਥ ਫੇਰਿਆ ਤੇ ਹੌਲੀ ਆਵਾਜ਼ ਵਿੱਚ ਕਿਹਾ, ਜੇ ਇਹ ਸੇਵਾ ਸੱਚੀ ਹੈ ਤਾਂ ਰਾਹ ਤੂੰ ਆਪ ਬਣਾਵੀਂ। ਉਸ ਵੇਲੇ ਉਸ ਨੂੰ ਉਹ ਸਿੱਖਿਆ ਯਾਦ ਆਈ ਜੋ ਸੰਸਾਰ ਨੂੰ ਦਇਆ ਅਤੇ ਵੰਡ ਦੀ ਰਾਹ ਦਿਖਾਉਣ ਵਾਲੇ ਗੁਰੂ ਨਾਨਕ ਦੇਵ ਜੀ ਨੇ ਦਿੱਤੀ ਸੀ ਕਿ ਸੱਚਾ ਧਨ ਉਹ ਹੈ ਜੋ ਦੂਜਿਆਂ ਨਾਲ ਸਾਂਝਾ ਕੀਤਾ ਜਾਵੇ।
ਜਦੋਂ ਅਧਿਕਾਰੀ ਆਏ ਤਾਂ ਪਿੰਡ ਵਾਲੇ ਇਕੱਠੇ ਹੋ ਗਏ। ਨਕਸ਼ੇ ਖੁੱਲੇ, ਲੱਕੜ ਦੇ ਡੰਡੇ ਨਾਲ ਨਿਸ਼ਾਨ ਲੱਗਣ ਲੱਗੇ ਅਤੇ ਸਭ ਦੇ ਸਾਹ ਰੁਕ ਗਏ ਕਿਉਂਕਿ ਲਕੀਰ ਸਿੱਧੀ ਰਣਦੀਪ ਦੇ ਆਂਗਣ ਵਿੱਚੋਂ ਲੰਘ ਰਹੀ ਸੀ। ਕੁਝ ਔਰਤਾਂ ਰੋਣ ਲੱਗੀਆਂ, ਨੌਜਵਾਨ ਗੁੱਸੇ ਵਿੱਚ ਸਨ, ਪਰ ਰਣਦੀਪ ਨੇ ਹੱਥ ਚੁੱਕ ਕੇ ਸਭ ਨੂੰ ਚੁੱਪ ਕਰਾਇਆ ਅਤੇ ਕਿਹਾ, ਜੇ ਲੋਕਾਂ ਦੀ ਸਹੂਲਤ ਲਈ ਸੜਕ ਬਣਦੀ ਹੈ ਤਾਂ ਮੇਰਾ ਘਰ ਕੀ ਚੀਜ਼ ਹੈ। ਇਹ ਸੁਣ ਕੇ ਅਧਿਕਾਰੀ ਵੀ ਹੈਰਾਨ ਰਹਿ ਗਏ। ਉਹਨਾਂ ਨੇ ਪੁੱਛਿਆ, ਤੂੰ ਬਿਨਾਂ ਲੜੇ ਜ਼ਮੀਨ ਦੇਵੇਂਗਾ? ਉਹ ਹੱਸ ਕੇ ਬੋਲਿਆ, ਜੋ ਮਿੱਟੀ ਕਦੇ ਮੇਰੀ ਸੀ ਹੀ ਨਹੀਂ ਉਸ ਲਈ ਲੜਨਾ ਕਿਉਂ। ਉਸਦੇ ਇਹ ਬੋਲ ਪਿੰਡ ਦੇ ਕਈ ਲੋਕਾਂ ਦੇ ਦਿਲ ਵਿੱਚ ਉਤਰ ਗਏ। ਪਰ ਅਸਲ ਘਟਨਾ ਤਦ ਹੋਈ ਜਦ ਮਾਪਤੋਲ ਮੁੱਕ ਗਈ ਤੇ ਇੱਕ ਬਜ਼ੁਰਗ ਅਫਸਰ ਉਸਦੇ ਕੋਲ ਆਇਆ। ਉਸਨੇ ਹੌਲੀ ਆਵਾਜ਼ ਵਿੱਚ ਕਿਹਾ ਕਿ ਤੂੰ ਉਹੀ ਰਣਦੀਪ ਹੈ ਜਿਸਨੇ 2 ਸਾਲ ਪਹਿਲਾਂ ਹਾਈਵੇ ਤੇ ਫਸੇ ਮਜ਼ਦੂਰਾਂ ਨੂੰ ਖਾਣਾ ਖਵਾਇਆ ਸੀ। ਰਣਦੀਪ ਨੂੰ ਯਾਦ ਆਇਆ ਉਹ ਦਿਨ ਜਦ ਉਸਨੇ ਬਿਨਾਂ ਪੁੱਛੇ ਭੁੱਖਿਆਂ ਨੂੰ ਰੋਟੀ ਵੰਡ ਦਿੱਤੀ ਸੀ। ਅਫਸਰ ਦੀਆਂ ਅੱਖਾਂ ਭਰ ਆਈਆਂ ਤੇ ਕਿਹਾ, ਉਹਨਾਂ ਵਿੱਚ ਮੇਰਾ ਭਰਾ ਵੀ ਸੀ। ਅੱਜ ਮੈਂ ਇੱਥੇ ਫੈਸਲਾ ਕਰਨ ਆਇਆ ਹਾਂ, ਪਰ ਮੈਂ ਇਨਸਾਫ ਵੀ ਕਰ ਸਕਦਾ ਹਾਂ। ਕੁਝ ਘੰਟਿਆਂ ਬਾਅਦ ਨਵਾਂ ਨਕਸ਼ਾ ਬਣਿਆ ਅਤੇ ਸੜਕ ਥੋੜੀ ਮੁੜ ਗਈ। ਆਂਗਣ ਬਚ ਗਿਆ। ਲੋਕਾਂ ਨੇ ਇਸ ਨੂੰ ਵੱਡਾ ਚਮਤਕਾਰ ਕਿਹਾ, ਪਰ ਰਣਦੀਪ ਚੁੱਪ ਰਿਹਾ ਕਿਉਂਕਿ ਉਹ ਸਮਝ ਗਿਆ ਸੀ ਕਿ ਇਹ ਪਹਿਲੀ ਰੋਟੀ ਦਾ ਨਹੀਂ ਸਗੋਂ ਪਹਿਲਾਂ ਕੀਤੀ ਸੇਵਾ ਦਾ ਫਲ ਸੀ। ਉਸ ਦਿਨ ਤੋਂ ਪਿੰਡ ਵਿੱਚ ਵਿਸ਼ਵਾਸ ਹੋਰ ਵੱਧ ਗਿਆ। ਲੋਕ ਹਰ ਸਵੇਰ ਆਪਣੀਆਂ ਰੋਟੀਆਂ ਲੈ ਕੇ ਆਉਣ ਲੱਗੇ। ਕੋਈ ਗਾਂ ਨੂੰ ਖਵਾਉਂਦਾ, ਕੋਈ ਪੰਛੀਆਂ ਲਈ ਦਾਣਾ ਰੱਖਦਾ। ਬੱਚੇ ਹੱਸਦੇ ਖੇਡਦੇ ਸੇਵਾ ਸਿੱਖ ਰਹੇ ਸਨ। ਪਰ ਜਿਵੇਂ ਜਿਵੇਂ ਚਾਨਣ ਵੱਧਦਾ ਹੈ, ਹਨੇਰਾ ਵੀ ਆਪਣੀ ਚਾਲ ਚੱਲਦਾ ਹੈ। ਉਹੀ ਸਾਹੂਕਾਰ ਜਿਸ ਨੂੰ ਇਹ ਸਭ ਚੰਗਾ ਨਹੀਂ ਲੱਗਦਾ ਸੀ, ਉਸਨੇ ਸ਼ਹਿਰ ਤੋਂ ਕੁਝ ਲੋਕ ਲਿਆ ਕੇ ਝੂਠੀ ਸ਼ਿਕਾਇਤ ਕਰਵਾ ਦਿੱਤੀ ਕਿ ਇੱਥੇ ਗੈਰਕਾਨੂੰਨੀ ਇਕੱਠ ਹੁੰਦੇ ਹਨ। ਇੱਕ ਸ਼ਾਮ ਪੁਲਿਸ ਆ ਗਈ। ਲੋਕ ਡਰ ਗਏ। ਭਾਂਡੇ ਉਲਟੇ ਪਏ ਸਨ। ਚੁੱਲ੍ਹੇ ਦੀ ਅੱਗ ਹੌਲੀ ਹੋ ਗਈ। ਇੱਕ ਅਫਸਰ ਨੇ ਕੜੀ ਆਵਾਜ਼ ਵਿੱਚ ਪੁੱਛਿਆ, ਇੱਥੇ ਕੀ ਚੱਲਦਾ ਹੈ। ਰਣਦੀਪ ਨੇ ਹੌਲੀ ਮੁਸਕਰਾਹਟ ਨਾਲ ਕਿਹਾ, ਰੋਟੀ ਅਤੇ ਦੁਆ। ਕੁਝ ਲੋਕ ਹੱਸ ਪਏ, ਪਰ ਜਾਂਚ ਸ਼ੁਰੂ ਹੋ ਗਈ। ਉਸ ਵੇਲੇ ਇੱਕ ਬੁੱਢੀ ਮਹਿਲਾ ਆਈ ਜਿਸ ਨੂੰ ਸਭ ਨਹੀਂ ਜਾਣਦੇ ਸਨ। ਉਹ ਕਹਿੰਦੀ, ਮੇਰਾ ਪੁੱਤਰ ਇੱਥੇ ਖਾਣਾ ਖਾ ਕੇ ਨਸ਼ਾ ਛੱਡਿਆ। ਫਿਰ ਇੱਕ ਹੋਰ ਆਦਮੀ ਆਇਆ, ਮੇਰੀ ਧੀ ਨੂੰ ਇੱਥੇ ਆਸ ਮਿਲੀ। ਹੌਲੀ ਹੌਲੀ ਗਵਾਹੀਆਂ ਵੱਧਦੀਆਂ ਗਈਆਂ ਅਤੇ ਪੁਲਿਸ ਚੁੱਪ ਹੋ ਗਈ। ਅਖੀਰ ਅਫਸਰ ਨੇ ਕਿਹਾ, ਜੇ ਹਰ ਪਿੰਡ ਵਿੱਚ ਇਹੋ ਜਿਹਾ ਆਂਗਣ ਹੋਵੇ ਤਾਂ ਸਾਨੂੰ ਕੰਮ ਹੀ ਨਾ ਰਹੇ। ਅਤੇ ਉਹ ਚਲੇ ਗਏ। ਸਾਹੂਕਾਰ ਦੀ ਸਾਜ਼ਿਸ਼ ਫੇਲ ਹੋ ਗਈ। ਪਰ ਉਸੇ ਰਾਤ ਰਣਦੀਪ ਨੇ ਫਿਰ ਉਹੀ ਸੰਤ ਸੁਪਨੇ ਵਿੱਚ ਵੇਖਿਆ ਜਿਸ ਨੇ ਕਿਹਾ, ਲੋਕਾਂ ਦੀ ਇੱਜ਼ਤ ਮਿਲ ਗਈ ਪਰ ਅਹੰਕਾਰ ਤੋਂ ਸਾਵਧਾਨ ਰਹੀ। ਉਹ ਡਰ ਕੇ ਉੱਠ ਬੈਠਿਆ। ਸਵੇਰ ਨੂੰ ਉਸਨੇ ਹੋਰ ਵੀ ਸਧਾਰਨ ਜੀਵਨ ਚੁਣ ਲਿਆ। ਹੁਣ ਉਹ ਖੁਦ ਝਾੜੂ ਲਾਉਂਦਾ, ਖੁਦ ਬਰਤਨ ਮਾਂਜਦਾ। ਕਹਿੰਦਾ, ਸੇਵਾ ਦਾ ਘਰ ਸੇਵਾਦਾਰ ਨਾਲ ਹੀ ਚਮਕਦਾ ਹੈ। ਇੱਕ ਦਿਨ ਇੱਕ ਛੋਟਾ ਮੁੰਡਾ ਆਇਆ ਜਿਸ ਨੇ ਪੁੱਛਿਆ, ਚਾਚਾ ਜੀਗਾ ਨੂੰ ਪਹਿਲੀ ਰੋਟੀ ਦੇਣ ਨਾਲ ਰੱਬ ਖੁਸ਼ ਹੁੰਦਾ ਹੈ। ਰਣਦੀਪ ਨੇ ਉਸ ਨੂੰ ਗੋਦ ਵਿੱਚ ਬਿਠਾ ਕੇ ਕਿਹਾ, ਰੱਬ ਨੂੰ ਰੋਟੀ ਨਹੀਂ ਚਾਹੀਦੀ ਪੁੱਤਰ, ਰੱਬ ਨੂੰ ਤੇਰਾ ਦਿਲ ਚਾਹੀਦਾ ਹੈ। ਇਹ ਗੱਲ ਸੁਣ ਕੇ ਕਈ ਵੱਡੇ ਵੀ ਸੋਚ ਵਿੱਚ ਪੈ ਗਏ। ਸਮਾਂ ਲੰਘਦਾ ਗਿਆ ਤੇ ਆਂਗਣ ਇੱਕ ਆਸਰਾ ਬਣ ਗਿਆ। ਸ਼ਹਿਰਾਂ ਤੋਂ ਲੋਕ ਆਪਣੀਆਂ ਮੁਸ਼ਕਲਾਂ ਲੈ ਕੇ ਆਉਂਦੇ। ਕੋਈ ਧੰਦੇ ਵਿੱਚ ਨੁਕਸਾਨੀ, ਕੋਈ ਘਰ ਦੇ ਕਲੇਸ਼ ਨਾਲ ਟੁੱਟਿਆ। ਪਰ ਇੱਥੇ ਉਹਨਾਂ ਨੂੰ ਕੋਈ ਜਾਦੂ ਨਹੀਂ ਮਿਲਦਾ ਸੀ, ਸਿਰਫ ਰੋਟੀ, ਚਾਹ ਅਤੇ ਸੁਣਨ ਵਾਲੇ ਕੰਨ ਮਿਲਦੇ ਸਨ। ਅਤੇ ਅਕਸਰ ਇਹੀ ਸਭ ਤੋਂ ਵੱਡੀ ਦਵਾ ਬਣ ਜਾਂਦੀ ਸੀ। ਇੱਕ ਵਾਰੀ ਭਿਆਨਕ ਠੰਡ ਪਈ, ਧੁੰਦ ਐਨੀ ਕਿ ਸਾਹ ਵੀ ਪਾਰ ਲੱਗੇ। ਉਸ ਰਾਤ ਇੱਕ ਅਜਨਬੀ ਬਜ਼ੁਰਗ ਦਰਵਾਜ਼ੇ ਤੇ ਡਿੱਗਿਆ ਮਿਲਿਆ। ਲੋਕਾਂ ਨੇ ਉਸ ਨੂੰ ਅੰਦਰ ਲਿਆਇਆ। ਰਣਦੀਪ ਨੇ ਆਪਣੇ ਕੰਬਲ ਨਾਲ ਉਸ ਨੂੰ ਢੱਕਿਆ। ਸਵੇਰੇ ਜਦੋਂ ਉਹ ਜਾਗਿਆ ਤਾਂ ਕਹਿਣ ਲੱਗਾ, ਤੂੰ ਮੈਨੂੰ ਬਚਾਇਆ ਨਹੀਂ, ਆਪਣੇ ਆਪ ਨੂੰ ਬਚਾਇਆ ਹੈ। ਉਸ ਦੀਆਂ ਅੱਖਾਂ ਵਿੱਚ ਉਹੀ ਚਮਕ ਸੀ ਜੋ ਪਹਿਲਾਂ ਵਾਲੇ ਸੰਤ ਵਿੱਚ ਸੀ। ਰਣਦੀਪ ਕੁਝ ਪੁੱਛਦਾ ਉਸ ਤੋਂ ਪਹਿਲਾਂ ਹੀ ਉਹ ਚਲਾ ਗਿਆ। ਹੁਣ ਉਸਦੇ ਮਨ ਵਿੱਚ ਪੱਕਾ ਵਿਸ਼ਵਾਸ ਹੋ ਗਿਆ ਸੀ ਕਿ ਜਦ ਮਨੁੱਖ ਸੱਚੀ ਨੀਅਤ ਨਾਲ ਦਿੰਦਾ ਹੈ ਤਾਂ ਰੱਬ ਕਈ ਰੂਪਾਂ ਵਿੱਚ ਆ ਕੇ ਉਸ ਦੀ ਪਰਖ ਕਰਦਾ ਹੈ। ਸਾਲ ਬੀਤ ਗਏ। ਆਂਗਣ ਹੁਣ ਇੱਕ ਵੱਡਾ ਸੇਵਾ ਕੇਂਦਰ ਬਣ ਗਿਆ ਸੀ, ਪਰ ਰਣਦੀਪ ਨੇ ਕਦੇ ਆਪਣਾ ਨਾਮ ਅੱਗੇ ਨਹੀਂ ਰੱਖਿਆ। ਉਹ ਕਹਿੰਦਾ, ਜਿਸ ਕੰਮ ਤੇ ਨਾਮ ਲਿਖਿਆ ਜਾਵੇ ਉਹ ਸੌਦਾ ਬਣ ਜਾਂਦਾ ਹੈ। ਇੱਕ ਦਿਨ ਪਿੰਡ ਵਿੱਚ ਭਿਆਨਕ ਅੱਗ ਲੱਗ ਗਈ। ਕਈ ਘਰ ਸੜ ਗਏ, ਲੋਕ ਬੇਘਰ ਹੋ ਗਏ। ਉਸ ਰਾਤ ਆਂਗਣ ਵਿੱਚ 100 ਤੋਂ ਵੱਧ ਲੋਕਾਂ ਨੇ ਠਿਕਾਣਾ ਲਿਆ। ਚੁੱਲ੍ਹੇ ਲਗਾਤਾਰ ਸੜਦੇ ਰਹੇ, ਰੋਟੀਆਂ ਬਣਦੀਆਂ ਰਹੀਆਂ। ਬੱਚਿਆਂ ਦੀਆਂ ਹੱਸਣ ਦੀਆਂ ਆਵਾਜ਼ਾਂ ਅਤੇ ਬਜ਼ੁਰਗਾਂ ਦੀਆਂ ਅਰਦਾਸਾਂ ਮਿਲ ਕੇ ਇੱਕ ਅਜਿਹਾ ਦ੍ਰਿਸ਼ ਬਣਾਉਂਦੀਆਂ ਸਨ ਜਿਵੇਂ ਦੁੱਖ ਦੇ ਵਿਚਕਾਰ ਵੀ ਰੱਬ ਖੜਾ ਹੋਵੇ। ਉਸ ਵੇਲੇ ਰਣਦੀਪ ਨੇ ਅਸਲ ਚਮਤਕਾਰ ਵੇਖਿਆ। ਲੋਕ ਜੋ ਪਹਿਲਾਂ ਇੱਕ ਦੂਜੇ ਨਾਲ ਗੱਲ ਨਹੀਂ ਕਰਦੇ ਸਨ, ਹੁਣ ਇਕੱਠੇ ਰੋਟੀਆਂ ਪਕਾ ਰਹੇ ਸਨ। ਝਗੜੇ ਮੁੱਕ ਰਹੇ ਸਨ, ਦਿਲ ਜੁੜ ਰਹੇ ਸਨ। ਅਤੇ ਉਸ ਨੂੰ ਸਮਝ ਆ ਗਿਆ ਕਿ ਪਹਿਲੀ ਰੋਟੀ ਗਾਂ ਨੂੰ ਦੇਣਾ ਦਰਅਸਲ ਮਨੁੱਖ ਨੂੰ ਆਪਣੇ ਅੰਦਰ ਦੀ ਕਠੋਰਤਾ ਤੋਂ ਆਜ਼ਾਦ ਕਰਨਾ ਹੈ। ਕੁਝ ਮਹੀਨਿਆਂ ਬਾਅਦ ਉਸਨੇ ਇੱਕ ਛੋਟਾ ਸਕੂਲ ਵੀ ਸ਼ੁਰੂ ਕਰ ਦਿੱਤਾ ਜਿੱਥੇ ਬੱਚਿਆਂ ਨੂੰ ਸਿਰਫ ਪੜ੍ਹਾਈ ਨਹੀਂ ਸਗੋਂ ਦਇਆ ਸਿਖਾਈ ਜਾਂਦੀ ਸੀ।
हर बच्चा पहला पंछियां ਲਈ दाना रखदा फिर किताब खोलदा। लोग कहन लगे ये पिंड बदल गया है, पर रणदीप कहंदा पिंड नहीं दिल बदले हन। एक शाम सूरज डुब रहा सी, आसमान लाल सी, गा शांत खड़ी सी अते ਉਹ ਉਸਦੇ ਕੋਲ ਬੈਠਾ ਸੀ। ਉਸਨੇ ਹੌਲੀ ਆਵਾਜ਼ ਵਿੱਚ ਕਿਹਾ, ਮਾਂ ਜੀ ਤੁਸੀਂ ਸਹੀ ਕਹਿੰਦੇ ਸੀ, ਚਮਤਕਾਰ ਰੋਟੀ ਵਿੱਚ ਨਹੀਂ ਨੀਅਤ ਵਿੱਚ ਹੁੰਦਾ ਹੈ। ਹਵਾ ਵਿੱਚ ਘਿਓ ਦੀ ਹੌਲੀ ਖੁਸ਼ਬੂ ਆਈ ਅਤੇ ਉਸਨੂੰ ਲੱਗਿਆ ਜਿਵੇਂ ਕਿਸੇ ਨੇ ਅਸੀਸ ਦਿੱਤੀ ਹੋਵੇ। ਉਸਨੇ ਅਸਮਾਨ ਵੱਲ ਵੇਖ ਕੇ ਮੁਸਕਰਾਇਆ ਕਿਉਂਕਿ ਹੁਣ ਉਸਨੂੰ ਕਿਸੇ ਸਬੂਤ ਦੀ ਲੋੜ ਨਹੀਂ ਸੀ। ਉਸਨੂੰ ਪਤਾ ਸੀ ਕਿ ਜਦੋਂ ਵੀ ਕੋਈ ਭੁੱਖੇ ਨੂੰ ਖਵਾਏਗਾ, ਕਿਸੇ ਜੀਵ ਨੂੰ ਪਿਆਰ ਦੇਵੇਗਾ ਜਾਂ ਕਿਸੇ ਟੁੱਟੇ ਮਨ ਨੂੰ ਹੌਸਲਾ ਦੇਵੇਗਾ ਤਾਂ ਉੱਥੇ ਹੀ ਚਮਤਕਾਰ ਜਨਮ ਲਵੇਗਾ। ਅਤੇ ਦੋਸਤੋ, ਜੇ ਤੁਹਾਨੂੰ ਇਹ ਕਹਾਣੀ ਦਿਲ ਨੂੰ ਛੂ ਗਈ ਹੋਵੇ, ਜੇ ਤੁਹਾਨੂੰ ਲੱਗੇ ਕਿ ਪਹਿਲੀ ਰੋਟੀ ਸਿਰਫ ਰਸਮ ਨਹੀਂ ਸਗੋਂ ਇਨਸਾਨੀਅਤ ਦੀ ਰਾਹ ਹੈ, ਤਾਂ ਵੀਡੀਓ ਨੂੰ ਜ਼ਰੂਰ ਲਾਈਕ ਕਰੋ। ਆਪਣੇ ਪਿਆਰ ਨਾਲ ਸਬਸਕ੍ਰਾਈਬ ਕਰਕੇ ਸਾਡੇ ਚੈਨਲ ਦਾ ਹਿੱਸਾ ਬਣੋ ਤਾਂ ਜੋ ਇਹੋ ਜਿਹੀਆਂ ਹੋਰ ਪ੍ਰੇਰਨਾਦਾਇਕ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ। ਅਤੇ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਤਾਂ ਕਿ ਸਕਾਰਾਤਮਕਤਾ ਅਤੇ ਅਰਦਾਸ ਦੀ ਇਹ ਲੜੀ ਹਰ ਦਿਲ ਤੱਕ ਪਹੁੰਚ ਸਕੇ।